ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪਿਆਰ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ belong to the Lord. All victories are in His name. He is the truth and truth triumphs. ਸਾਧ ਸੰਗਤ, ਅਸੀਂ ਇਹ ਜਾਣਦੇ ਹਾਂ ਔਰ ਬੜੀ ਦੇਰ ਤੋਂ ਜਾਣਦੇ ਹਾਂ ਕਿ ਸਾਡੇ ਇਤਿਹਾਸਿਕ ਗ੍ਰੰਥ ਜਿਨ੍ਹਾਂ ਨਾਲ ਸਾਡਾ ਕੋਈ ਤਲਕ ਵੀ ਨਹੀਂ, ਉਹਨਾਂ ਨੂੰ ਵੀ ਕੋਟ ਕੀਤਾ ਜਾਂਦਾ ਹੈ ਜਿਸ ਵੇਲੇ ਸਾਡੇ ਪ੍ਰਚਾਰਕ ਪ੍ਰਚਾਰ ਕਰਦੇ ਨੇ, ਕਥਾ ਕਰਦੇ ਨੇ। ਔਰ ਉਹ ਵੀ ਗ੍ਰੰਥ ਦੀ ਕਥਾ ਕੀਤੀ ਜਾਂਦੀ ਹੈ ਜਿਹੜੇ ਕਿ ਸਾਡੀ ਈਵਨ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੈ ਕਿ ਇਹਨਾਂ ਦੀ ਕਥਾ ਨਹੀਂ ਹੋਣੀ ਚਾਹੀਦੀ। ਸਿਰਫ ਉਹਦੇ 'ਚ ਇਹ ਲਿਖਿਆ ਕਿ ਲਿਮਿਟਡ ਹੈ ਕਿ ਕਿਹੜੇ ਗ੍ਰੰਥ ਦੀ ਕਥਾ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਤੋਂ ਇਲਾਵਾ। ਇਸ ਚੀਜ਼ ਨੂੰ ਡਿਸਕਸ ਕਰਨ ਵਾਸਤੇ ਸਾਡੇ ਕੋਲ ਸਰਦਾਰ ਭਾਈ ਹਰਜਿੰਦਰ ਸਿੰਘ ਜੀ ਸਭਰਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਆਏ ਹੋਏ ਨੇ ਔਰ ਕਾਫੀ ਦੇਰ ਤੋਂ ਉੱਥੇ ਸੇਵਾ ਕਰ ਰਹੇ ਨੇ। ਔਰ ਇਹਨਾਂ ਨੂੰ ਤੁਸੀਂ ਕਈ ਸਿੱਖ ਇੰਸਟੀਟਿਊਸ਼ਨ ਦੇ ਵਿੱਚ ਕਥਾ ਕਰਦਿਆਂ ਸੁਣਿਆ ਵੀ ਹੋਏਗਾ। ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਾਡੇ ਹਿਸਟੋਰੀਕਲ ਸਰੋਤ ਕਿਹੜੇ ਨੇ? ਕਿੱਥੋਂ ਸਾਡੀ ਹਿਸਟਰੀ ਆਈ ਹੈ? ਜਦੋਂ ਜੀ ਅਸੀਂ ਆਪਣੀ ਕੌਮ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡੇ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਜੋ ਅਸੀਂ ਪੜ੍ਹ ਰਹੇ ਹਾਂ ਇਹਦਾ ਬੇਸ ਕਿੱਥੇ ਆ, ਇਹ ਕਿੱਥੋਂ ਆਏ ਨੇ। ਜੇ ਅਸੀਂ ਇਸ ਅਧਿਐਨ ਦੇ ਵਿੱਚ ਲੱਗੀਏ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਅਗਰ ਅਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਨਾ ਹੈ, ਸਮਝਣਾ ਹੈ, ਤਾਂ ਸਾਡੇ ਕੋਲ ਇੱਕੋ ਹੀ ਸਭ ਤੋਂ ਮੁੱਢਲਾ ਸਰੋਤ ਜਿਹੜਾ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਉਹ ਕਿਉਂ ਅਸੀਂ ਉਸ ਨੂੰ ਸਭ ਤੋਂ ਪਹਿਲੇ ਨੰਬਰ ਉੱਤੇ ਰੱਖਦੇ ਹਾਂ ਔਰ ਉਹਨੂੰ ਬੇਸ ਮੰਨਦੇ ਹਾਂ? ਉਹਨੂੰ ਬੇਸ ਮੰਨਣ ਦਾ ਕਾਰਨ ਇਹ ਆ ਕਿ ਗੁਰੂ ਸਾਹਿਬਾਨ ਨੇ ਜੋ ਕਿਹਾ ਉਹਨੂੰ ਕਮਾ ਕੇ ਵਿਖਾਇਆ ਔਰ ਜੋ ਉਹਨਾਂ ਨੇ ਕਮਾਇਆ ਉਹੀ ਕੁਝ ਕਿਹਾ, ਜਿਹਦਾ ਕਿ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਜੋ ਹੰਡਾਉਂਦੇ ਨੇ ਉਹ ਕਹਿੰਦੇ ਨੇ। ਤੋ ਸਾਨੂੰ ਜਦੋਂ ਅਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਲਈ ਇਹ ਸੋਚਣਾ ਲਾਜ਼ਮੀ ਹੋ ਜਾਂਦਾ ਕਿ ਕੀ ਇਹ ਗੁਰੂ ਸਾਹਿਬਾਨ ਦੀ ਆਪਣੀ ਵਿਚਾਰਧਾਰਾ ਨਾਲ ਇਹ ਘਟਨਾ ਮੇਲ ਖਾਂਦੀ ਹੈ। ਤੋ ਬੇਸ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਬਣਾਉਂਦੇ ਹਾਂ। ਦੂਸਰੀ ਚੀਜ਼, ਹੁਣ ਅਸੀਂ ਅੱਗੇ ਤੁਰਦੇ ਹਾਂ ਘਟਨਾਵਾਂ ਵਾਲੇ ਪਾਸੇ। ਇਹ ਘਟਨਾਵਾਂ ਕਿੱਥੇ ਲਿਖੀਆਂ ਨੇ, ਕਿੱਥੋਂ ਆਈਆਂ ਨੇ, ਕਿਹਨੇ ਲਿਖੀਆਂ ਨੇ। ਉਹ ਜਦੋਂ ਅਸੀਂ ਘਟਨਾਵਾਂ ਨੂੰ ਇਕੱਠੀਆਂ ਕਰਨ ਵਾਸਤੇ ਤੁਰਦੇ ਹਾਂ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਪੁਰਾਣੇ ਗੁਰੂ ਸਾਹਿਬਾਨ ਦੇ ਸਮਕਾਲੀ ਗੁਰਸਿੱਖ ਜਿਹੜੇ ਨੇ, ਉਹ ਭਾਈ ਗੁਰਦਾਸ ਜੀ ਦਾ ਨਾਂ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀਆਂ ਵਾਰਾਂ ਜਿੱਥੇ ਕਿ ਉਹ ਸਿੱਖ ਫਲਸਫੇ ਦੀ ਵਿਆਖਿਆ ਵਿੱਚ ਲਿਖੀਆਂ ਗਈਆਂ ਨੇ, ਉੱਥੇ ਕੁਝ ਉਹਨਾਂ ਨੇ ਇਤਿਹਾਸਕ ਜਿਹੜੀਆਂ ਘਟਨਾਵਾਂ ਨੇ, ਈਵੈਂਟਸ ਨੇ, ਉਹਨਾਂ ਦਾ ਵੀ ਥਾਂ ਪੁਰ ਥਾਂ ਟੂਕ ਮਾਤਰ ਜ਼ਿਕਰ ਕੀਤਾ ਹੋਇਆ। ਤਾਂ ਉਹਦੇ ਤੋਂ ਸਾਨੂੰ ਕੁਝ ਜਿਹੜੀ ਆ ਜਾਣਕਾਰੀ ਬੇਸਿਕ ਤੌਰ ਉੱਤੇ ਉਪਲਬਧ ਹੁੰਦੀ ਆ। ਤੀਸਰੀ ਗੱਲ, ਸਾਡੇ ਕੋਲ ਕੁਝ ਜਨਮ ਸਾਖੀਆਂ ਦੇ ਨਾਮ ਦੇ ਉੱਤੇ ਲਿਖਿਆ ਹੋਇਆ ਮਟੀਰੀਅਲ ਪਹੁੰਚਿਆ। ਉਹਦੇ ਵਿੱਚ ਕੁਝ ਘਟਨਾਵਾਂ ਨੇ, ਉਹਨਾਂ ਦੇ ਉੱਤੇ ਕਈ ਵਿਦਵਾਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ PhD ਕੀਤੀ, ਕਈਆਂ ਨੇ ਉਹਨਾਂ ਦਾ ਐਨਾਲਾਈਸਿਸ ਕੀਤਾ, ਕਈਆਂ ਨੇ ਉਹਨਾਂ ਦੀ ਵਿਆਖਿਆ ਦੇ ਵਿੱਚ ਬਹੁਤ ਕੁਝ ਲਿਖਿਆ ਔਰ ਉਹਦੇ ਸਹੀ ਤੇ ਗਲਤ ਦੇ ਨਿਰਣੇ ਕਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਅੱਗੇ ਜਦੋਂ ਅਸੀਂ ਤੁਰਦੇ ਆਉਂਦੇ ਆ ਤਾਂ ਸਾਡੇ ਕੋਲ ਇੱਕ ਐਸਾ ਸਾਹਿਤ ਵੀ ਆਉਂਦਾ ਜਿਹੜਾ ਕਵਿਤਾ ਚ ਪੋਇਟਰੀ ਚ ਆ। ਉਹਦੇ ਵਿੱਚ ਆ ਜਾਂਦੇ ਨੇ ਗੁਰਬਿਲਾਸ ਆ ਜਾਂਦੇ ਨੇ, ਉਹਦੇ ਚ ਗੁਰਪ੍ਰਤਾਪ ਸੂਰਜ ਗ੍ਰੰਥ ਆ ਜਾਂਦਾ, ਉਹਦੇ ਚ ਗੁਰ ਸ਼ੋਭਾ ਆ ਜਾਂਦਾ, ਉਹਦੇ ਚ ਰਹਿਤਨਾਮੇ ਆ ਜਾਂਦੇ ਨੇ, ਇਤਿਆਦਿਕ ਜੋ ਵੀ ਲਿਟਰੇਚਰ ਸਾਡੇ ਕੋਲ ਹੈ ਸਿੱਖੀ ਔਰ ਸਿੱਖੀ ਦੇ ਇਤਿਹਾਸ ਦੇ ਨਾਂ ਦੇ ਉੱਤੇ, ਉਹ ਅਸੀਂ ਸਾਰਾ ਜਿਹੜਾ ਲਿਟਰੇਚਰ ਆ ਉਹ ਸਾਡੇ ਸਾਹਮਣੇ ਆਉਂਦਾ। ਔਰ ਇਤਿਹਾਸ ਨੂੰ ਪੜ੍ਹਨ ਵਾਲੇ ਔਰ ਲਿਖਣ ਵਾਲੇ ਖੋਜੀਆਂ ਨੂੰ ਉਹਨਾਂ ਨੂੰ ਉਲੰਘ ਕੇ ਗੱਲ ਕਰਨੀ ਔਖੀ ਹੋ ਜਾਂਦੀ ਆ, ਕਿਉਂਕਿ ਉਹ ਉਸ ਲਿਟਰੇਚਰ ਦੀ ਵੀ ਛਾਣਬੀਣ ਨਾਲ ਕਰਦੇ ਨੇ। ਉਹਨਾਂ ਵਿੱਚੋਂ ਵੇਖਦੇ ਨੇ ਵੀ ਕਿਹੜੀ ਘਟਨਾ ਨੂੰ ਕਿਹੜਾ ਵਿਦਵਾਨ ਕਿਹੜਾ ਲਿਖਾਰੀ ਕਿਵੇਂ ਲਿਖ ਰਿਹਾ, ਉਹਦੇ ਕੋਲ ਸਰੋਤ ਕੀ ਸੀ, ਉਹਨੇ ਕਿੱਥੋਂ ਲਈ, ਕਿਸ ਢੰਗ ਨਾਲ ਇਹ ਸਾਡੇ ਕੋਲ ਆਈ। ਦੂਸਰੀ ਚੀਜ਼, ਇਸ ਤੋਂ ਅਗਲਾ ਇੱਕ ਹੋਰ ਸਟੈਪ ਆ, ਕਿਉਂਕਿ ਸਾਡੇ ਅੰਦਰ ਸ਼ੁਰੂ ਤੋਂ ਲੈ ਕੇ ਹਿਸਟਰੀ ਲਿਖਣ ਦਾ ਰੁਝਾਨ ਖਾਸ ਤੌਰ ਦੇ ਉੱਤੇ ਭਾਰਤ ਦੇ ਅੰਦਰ ਨਹੀਂ ਸੀ। ਜਿਸ ਤਰ੍ਹਾਂ ਦੀ ਹਿਸਟਰੀ ਅਰਬ ਦੇ ਮੁਲਕਾਂ ਵਿੱਚ ਲਿਖੀ ਜਾਂਦੀ ਸੀ, ਜਿਸ ਤਰ੍ਹਾਂ ਦੀ ਹਿਸਟਰੀ ਪੱਛਮ ਵਿੱਚ ਵੀ ਲਿਖੀ ਜਾਂਦੀ ਰਹੀ ਆ, ਇਹੋ ਇਸ ਢੰਗ ਨਾਲ ਇਸ ਪੈਟਰਨ ਤੇ ਹਿਸਟਰੀ ਲਿਖਣ ਦਾ ਜਿਹੜਾ ਵਾ ਉਹ ਭਾਰਤ ਦੇ ਅੰਦਰ ਬਿਲਕੁਲ ਹੀ ਰੁਝਾਨ ਕੋਈ ਨਹੀਂ ਸੀ। ਉੱਥੇ ਖਾਸ ਤੌਰ ਦੇ ਉੱਤੇ ਜਿਹੜੇ ਧਾਰਮਿਕ ਲੋਕ ਹੁੰਦੇ ਸਨ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਧਰਮ ਦੀ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਕੋਈ ਇਨਕਲਾਬ ਸਿਰਜਿਆ, ਭਾਵੇਂ ਭਗਤ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ, ਇਤਿਆਦਿਕ ਨੇ, ਉਹਨਾਂ ਦੇ ਨਾਮ ਦੇ ਉੱਤੇ ਸਾਖੀ ਸੰਗ੍ਰਹਿ ਹੀ ਇਕੱਠਾ ਕੀਤਾ ਜਾਂਦਾ ਸੀ। ਉਹਨਾਂ ਦੇ ਜੀਵਨ ਨੂੰ ਕੁਝ ਚਮਤਕਾਰੀ ਰੰਗਤ ਦੇ ਕੇ, ਕੁਝ ਕਰਾਮਾਤੀ ਰੰਗਤ ਦੇ ਕੇ, ਔਰ ਕੁਝ ਉਹਨਾਂ ਦੇ ਜੀਵਨ ਦੀਆਂ ਸਾਖੀਆਂ, ਕੁਝ ਉਹਨਾਂ ਦੇ ਉਪਦੇਸ਼ ਜਿਹੜੇ ਸਨ ਉਹਨਾਂ ਨੂੰ ਸਾਖੀ ਦਾ ਰੂਪ ਦਿੱਤਾ ਜਾਂਦਾ ਸੀ ਤਾਂ ਕਿ ਆਮ ਲੋਕ ਉਹਨੂੰ ਸੌਖਾ ਸਮਝ ਸਕਣ। ਤਾਂ ਉਹ ਜਿਹੜਾ ਸਾਖੀ ਸਾਹਿਤ ਆ ਸਾਡੇ ਅੰਦਰ ਉਹ ਸ਼ੁਰੂ ਤੋਂ ਲੈ ਕੇ ਭਾਰੂ ਰਿਹਾ। ਜਦੋਂ ਵਿਦਵਾਨਾਂ ਨੇ ਸਾਹਮਣੇ ਇਹ ਖਿਆਲ ਆਇਆ ਵੀ ਸਾਡੀ ਹਿਸਟਰੀ ਜਿਹੜੀ ਉਹ ਸਾਖੀ ਸਾਹਿਤ ਦੇ ਰੂਪ ਵਿੱਚ ਆ, ਤਾਂ ਕਿਉਂ ਨਾ ਸਾਨੂੰ ਵੀ ਉਹ ਪੈਟਰਨ ਅਪਣਾਉਣੇ ਚਾਹੀਦੇ ਨੇ ਜਿਹੜੇ ਪੱਛਮ ਵਾਲਿਆਂ ਨੇ ਅਪਣਾਏ ਨੇ। ਜਿਹੜੇ ਹਿਸਟਰੀ ਲਿਖਣ ਦੇ ਪੈਟਰਨ ਜਿਹੜੇ ਨੇ ਉਹ ਅਰਬ ਦੇ ਮੁਲਕਾਂ ਵਾਲਿਆਂ ਨੇ, ਇਸਲਾਮਿਕ ਸੱਭਿਅਤਾ ਨੇ ਅਪਣਾਏ ਨੇ। ਜਦੋਂ ਉਹ ਪੈਟਰਨ ਸਾਡੇ ਸਾਹਮਣੇ ਆਉਂਦੇ ਨੇ ਸਾਡੇ ਵਿਦਵਾਨਾਂ ਦੇ, ਉਦੋਂ ਫਿਰ ਉਹ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਸਾਰੇ ਲਿਟਰੇਚਰ ਦੀ ਛਾਣਬੀਣ ਕਰੋ, ਇਹਦੇ ਵਿੱਚੋਂ ਕੀ ਤੁਹਾਨੂੰ ਲੱਭ ਰਿਹਾ, ਕਿਵੇਂ ਲੱਭ ਰਿਹਾ, ਕੀ ਮਿਲ ਰਿਹਾ, ਕਿਸ ਢੰਗ ਨਾਲ ਲਿਖਿਆ ਗਿਆ, ਕਿੱਥੋਂ ਲਿਖਿਆ ਗਿਆ, ਉਹ ਇਹਦੀ ਤਹਿ ਤੱਕ ਪਹੁੰਚਣਾ ਸ਼ੁਰੂ ਹੁੰਦੇ ਨੇ। ਉਦੋਂ ਫਿਰ ਇਹਦੀ ਛਾਣਬੀਣ ਕਰਦਿਆਂ ਉਹਨਾਂ ਨੂੰ ਇੱਕ ਹੋਰ ਚੀਜ਼ ਵੱਲ ਧਿਆਨ ਦੇਣਾ ਪੈਂਦਾ। ਉਹ ਫਿਰ ਜਿੱਥੇ ਜਿੱਥੇ ਗੁਰੂ ਸਾਹਿਬਾਨ ਦੀ ਯਾਦ ਵਿੱਚ ਗੁਰਦੁਆਰੇ, ਅਸਥਾਨ, ਯਾਦਗਾਰਾਂ ਜਾਂ ਜਿਨ੍ਹਾਂ ਜਗ੍ਹਾ ਦਾ ਉਹਦੇ ਵਿੱਚ ਜ਼ਿਕਰ ਆਇਆ, ਉਹ ਉਹਨਾਂ ਦੀ ਖੋਜ ਵਾਸਤੇ ਨਿਕਲਦੇ ਨੇ। ਫਿਰ ਉੱਥੋਂ ਜਾ ਕੇ ਪੁੱਛਦੇ ਨੇ ਵੀ ਇੱਥੋਂ ਦੀ ਲੋਕਾਂ ਦੀ ਪੀੜ੍ਹੀ ਦਰ ਪੀੜ੍ਹੀ ਕੀ ਰਵਾਇਤ ਚੱਲ ਰਹੀ ਆ, ਇਸ ਜਗ੍ਹਾ ਤੇ ਗੁਰੂ ਸਾਹਿਬ ਆਏ ਤੇ ਉਹ ਰੂਟ ਕਿਹੜਾ ਹੋਊਗਾ, ਇਸ ਜਗ੍ਹਾ ਤੇ ਆਏ ਤਾਂ ਉਹ ਦਿਨ ਕਿਹੜਾ, ਸਮਾਂ ਕਿਹੜਾ ਹੋਊਗਾ, ਇੱਥੇ ਕਿਹੜੀ ਭਾਸ਼ਾ ਬੋਲੀ ਜਾਂਦੀ ਸੀ, ਕਿਸ ਢੰਗ ਨਾਲ ਇੱਥੇ ਆ ਕੇ ਉਹਨਾਂ ਨੇ ਕੀ ਉਪਦੇਸ਼ ਦਿੱਤਾ, ਇੱਥੇ ਕੀ ਪ੍ਰੋਬਲਮ ਸੀਗੀਆਂ ਉਸ ਸਮੇਂ ਦੀਆਂ। ਸੋ ਇਸ ਢੰਗ ਨਾਲ ਅੱਗੇ ਤੋਂ ਅੱਗੇ ਲਿਖਦਿਆਂ ਅਜੋਕੇ ਸਮੇਂ ਵਿੱਚ ਜਿਹੜੀ ਹਿਸਟਰੀ ਲਿਖਣ ਦਾ ਰੁਝਾਨ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਪੈਟਰਨ ਜਿਹੜਾ ਵਾ ਇਹਦਾ ਸਿਹਰਾ ਸਾਡੇ ਕੁਝ ਵਿਦਵਾਨਾਂ ਨੂੰ ਜਾਂਦਾ, ਜਿਵੇਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਉਹ ਨੇ, ਜਾਂ ਇਹਦੇ ਉੱਤੇ ਜੋ ਵਰਕ ਕੀਤਾ ਗਿਆਨੀ ਗਿਆਨ ਸਿੰਘ ਉਹਨਾਂ ਨੇ। ਤਾਂ ਇਸ ਢੰਗ ਦੇ ਨਾਲ ਮਤਲਬ ਉੱਥੋਂ ਇਹ ਗੱਲ ਚੱਲਦੀ ਇਹ ਸਰੋਤ ਸਾਰੇ ਇਕੱਠੇ ਕਰਦਿਆਂ ਫਿਰ ਵਿਦਵਾਨਾਂ ਨੂੰ ਭੱਟ ਵਹੀਆਂ ਲੱਭਦੀਆਂ ਨੇ, ਭੱਟਾਂ ਦੀਆਂ ਲਿਖੀਆਂ ਹੋਈਆਂ ਉਹ ਵਹੀਆਂ ਜਿਹਦੇ ਵਿੱਚ ਉਹ ਉਹਨਾਂ ਦਾ ਪੇਸ਼ਾ ਸੀ, ਉਹਨਾਂ ਦੀ ਕਿਰਤ ਸੀ, ਰੁਜ਼ਗਾਰ ਸੀ ਉਹਨਾਂ ਦਾ, ਵੀ ਉਹ ਵੱਡੇ ਘਰਾਣਿਆਂ ਦੇ ਜਾਂ ਕੁਝ ਖਾਸ ਘਰਾਣਿਆਂ ਦੀਆਂ ਘਟਨਾਵਾਂ ਦਰਜ ਕਰਦੇ ਸਨ ਤੇ ਉਹਦੇ ਉਤੋਂ ਕਮਾਈ ਕਰਦੇ ਸਨ। ਤਾਂ ਇਸ ਤਰ੍ਹਾਂ ਦੇ ਕੁਝ ਸਰੋਤ ਨੇ ਜਿਨ੍ਹਾਂ ਤੋਂ ਇਹ ਸਾਡਾ ਮੌਜੂਦਾ ਹਿਸਟਰੀ ਦਾ ਮੁੱਢ ਵੱਜਦਾ। ਤੁਸੀਂ ਸਾਖੀਆਂ ਦੇ ਵਿੱਚ ਕਰਾਮਾਤ ਇੱਕ ਇਸ਼ੂ ਆਏ ਜੀ, ਦੂਸਰੇ ਇਸ਼ੂ ਆਏ, ਜਿਹੜੇ ਉਸ ਧਰਮ ਦੀ ਵਿਚਾਰਧਾਰਾ ਨਾਲ ਜੀ ਗੁਰੂ ਸਾਹਿਬਾਨ ਦੇ ਮੁਤਲਕ ਸਾਖੀਆਂ ਲਿਖੀਆਂ ਗਈਆਂ। ਬਿਲਕੁਲ। ਲੇਕਿਨ ਜਿਸ ਵੇਲੇ ਅਸੀਂ ਉਸ ਸਾਖੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਲਿਆਉਣੇ ਆ, ਹਾਂਜੀ, ਤੇ ਉਹ ਪੂਰੀ ਨਹੀਂ ਉਤਰਦੀ। ਬਿਲਕੁਲ। ਫਿਰ ਉਹਨਾਂ ਦੀ ਛਾਣਬੀਣ ਕਿਉਂ ਨਹੀਂ ਹੋਈ? ਉਹਦੇ ਸਭ ਤੋਂ ਪਹਿਲਾਂ ਤਾਂ ਵੀ ਜਿਹੜਾ ਸਾਖੀ ਸਾਹਿਤ ਆ, ਸਾਖੀ ਦਾ ਅਰਥ ਹੁੰਦਾ ਵਾ ਗਵਾਹੀ ਭਰਨੀ। ਉਹ ਜਿਹੜੀਆਂ ਗਵਾਹੀ ਰੂਪ ਵਿੱਚ ਵੀ ਉਹਨਾਂ ਨੇ ਆ ਕਿਹਾ, ਉਹ ਜੋ ਕਿਹਾ ਉਹਨੂੰ ਐਕਸਪਲੇਨ ਕਰਨ ਵਾਸਤੇ ਇੱਕ ਕਹਾਣੀ, ਇੱਕ ਸਾਖੀ ਦਾ ਜਿਹੜਾ ਸੀ ਬਿੰਬ ਉਸਾਰਿਆ ਗਿਆ, ਤਾਂ ਉਹ ਸਾਖੀ ਸੀ ਗਵਾਹੀ। ਪਰ ਸਾਖੀ ਸਾਹਿਤ ਜਿਉਂ ਵੱਧਦਾ ਜਾਂਦਾ, ਜਦੋਂ ਵੱਖਰੇ ਵੱਖਰੇ ਐਂਗਲ ਤੋਂ ਲਿਖਿਆ ਜਾਂਦਾ, ਤਾਂ ਉਸੇ ਹੀ ਸਾਖੀਕਾਰ ਜਿਹੜੇ ਨੇ ਉਹ ਵੇਖਣਾ ਪੈਂਦਾ ਵੀ ਸਾਖੀਕਾਰ ਦੀ ਆਪਣੀ ਥਿੰਕਿੰਗ ਕੀ ਆ। ਜੇ ਤਾਂ ਉਹ
ਬ੍ਰਾਹਮਣਿਜ਼ਮ ਨੂੰ ਫੋਲੋ ਕਰਨ ਵਾਲਾ ਤਾਂ ਉਹ ਸਾਖੀ ਉਸੇ ਪੈਟਰਨ ਨਾਲ ਲਿਖੂਗਾ। ਜੋ ਉਹ ਇਸਲਾਮ ਦੀਆਂ ਕਦਰਾਂ ਕੀਮਤਾਂ ਤੋਂ ਤੇ ਉਧਰ ਦੇ ਸਿਸਟਮ ਤੋਂ ਪ੍ਰਭਾਵਿਤ ਆ ਤਾਂ ਉਹ ਸਾਖੀ ਉਸੇ ਤਰ੍ਹਾਂ ਲਿਖੂਗਾ। ਦੂਜੀ ਚੀਜ਼, ਸਾਨੂੰ ਜਦੋਂ ਅਸੀਂ ਆਪਣੀ ਕੌਮ ਦੇ ਲਿਟਰੇਚਰ ਦੀ ਹਾਲਾਤ ਵੇਖਦੇ ਹਾਂ ਤਾਂ ਇਹਦੀ ਇੱਕ ਸਿਚੁਏਸ਼ਨ ਇਹ ਵੀ ਸਾਨੂੰ ਸਮਝਣੀ ਪੈਂਦੀ ਵੀ ਇੱਕ ਪਾਸੇ ਉਹ ਪੁਰਾਣਾ ਸਨਾਤਨੀ ਵਿਚਾਰਧਾਰਾ ਖੜੀ ਆ, ਪੁਰਾਣਵਾਦੀ ਮਿੱਥਾਂ ਖੜੀਆਂ ਨੇ। ਦੂਜੇ ਪਾਸੇ ਕਿਉਂਕਿ ਇਸਲਾਮਿਕ ਰਾਜ ਆ ਔਰ ਉਹਨਾਂ ਦਾ ਸਾਰਾ ਕਲਚਰ ਆ। ਇਹਨਾਂ ਦੋਵਾਂ ਦੇ ਸਨ ਵਿੱਚ, ਇਹਨਾਂ ਦੇ ਗੈਪ ਦੇ ਵਿਚਕਾਰ ਜਿਹੜਾ ਵਾ ਉਹ ਸਿੱਖਇਜ਼ਮ ਪ੍ਰਗਟ ਹੁੰਦਾ, ਵੱਧਦਾ, ਫੁੱਲਦਾ, ਪ੍ਰਵਾਨ ਚੜ੍ਹਦਾ, ਔਰ ਉਹ ਜਿਹੜਾ ਸਾਹਿਤ ਲਿਖਿਆ ਜਾਂਦਾ ਉਹ ਵੀ ਇਹਨਾਂ ਦੋਵਾਂ ਦੇ ਗੈਪ 'ਚ ਲਿਖਿਆ ਜਾਂਦਾ। ਤਾਂ ਸੁਭਾਵਕ ਆ ਜਿਹੜੇ ਸਾਖੀਕਾਰ ਨੇ ਜੇ ਉਹ ਇਧਰੋਂ ਆਏ ਨੇ ਤਾਂ ਉਹ ਆਪਣਾ ਪਿਛਲਾ ਪ੍ਰਭਾਵ ਨਾਲ ਲੈ ਕੇ ਆਏ ਨੇ। ਦੂਜੀ ਗੱਲ, ਜਿਹੜੇ ਲਿਖਣ ਵਾਲੇ ਨੇ ਉਹਨਾਂ ਦੇ ਸਾਹਮਣੇ ਇੱਕ ਤੇ ਹੈ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਸਾਖੀਆਂ ਦੇ ਰਾਹੀਂ ਅੱਗੇ ਲੈ ਕੇ ਜਾਣਾ, ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਲੋਕਾਂ ਨੂੰ ਦੱਸਣੀਆਂ, ਪਰ ਉਹਨਾਂ ਦੀ ਇੱਕ ਸਾਈਕੀ ਦੇ ਵਿੱਚ ਇਹ ਵੀ ਗੱਲ ਫਿੱਟ ਹੋਈ ਪਈ ਆ ਵੀ ਜਿਵੇਂ ਸਨਾਤਨੀ ਮਤ ਵਾਲਿਆਂ ਦੇ ਆਪਣੇ ਅਵਤਾਰ ਨੇ, ਜਿਵੇਂ ਇਸਲਾਮ ਵਾਲਿਆਂ ਦਾ ਆਪਣਾ ਪੈਗੰਬਰ ਆ ਤੇ ਉਹਨਾਂ ਦੇ ਆਪਣੇ ਜਿਹੜੇ ਔਲੀਏ ਨੇ, ਰਿਲੀਜੀਅਸ ਜਿਹੜੇ ਉਹਨਾਂ ਦੇ ਪਰਸਨੈਲਿਟੀਜ਼ ਨੇ, ਉਹਨਾਂ ਦੇ ਵਿਚਕਾਰ ਅਸੀਂ ਆਪਣੀਆਂ ਪਰਸਨੈਲਿਟੀਆਂ ਨੂੰ ਕਿਵੇਂ ਪੇਸ਼ ਕਰੀਏ। ਉਹਨਾਂ ਨੇ ਉਹੀ ਪੈਟਰਨ ਚੁਣੇ ਜਿਹੜੇ ਪੈਟਰਨ ਸਨਾਤਨੀ ਮਤ ਨੇ ਚੁਣੇ ਸਨ, ਜਿਹੜਾ ਪੈਟਰਨ ਇਸਲਾਮਿਕ ਵਿਚਾਰਧਾਰਾ ਨੂੰ ਐਕਸਪਲੇਨ ਕਰਨ ਵਾਲਿਆਂ ਨੇ ਚੁਣਿਆ। ਦੋਵਾਂ ਨੇ ਉਹੀ ਪੈਟਰਨ ਸਾਂਝੇ ਚੁਣੇ, ਉਹਨਾਂ ਨੇ ਉਸ ਬੇਸ ਉੱਤੇ ਉਹਦੀ ਉਸਾਰੀ ਕੀਤੀ। ਔਰ ਦੂਸਰੀ ਗੱਲ, ਸਾਡੇ ਕੋਲ ਕਿਉਂਕਿ ਜਦੋਂ ਅਸੀਂ ਕਰਾਮਾਤ ਦੀ ਗੱਲ ਕਰਦੇ ਹਾਂ, ਚਮਤਕਾਰ ਦੀ ਗੱਲ ਕਰਦੇ ਹਾਂ, ਤਾਂ ਉਹ ਸਾਖੀਆਂ, ਉਹ ਕਹਾਣੀਆਂ ਆਪਣੇ ਆਪ ਹੀ ਜਦੋਂ ਅਸੀਂ ਉਹਨੂੰ ਗੁਰਬਾਣੀ ਦੇ ਕਸਵੱਟੀ ਉੱਤੇ ਲਾ ਕੇ ਪਰਖਦੇ ਹਾਂ ਵੀ ਕੀ ਜੋ ਗੁਰੂ ਸਾਹਿਬਾਨ ਕਹਿ ਰਹੇ ਸਾਖੀ ਉਹਦੇ ਨਾਲ ਢੁਕਦੀ ਆ, ਤਾਂ ਉਹ ਆਪਣੇ ਆਪ ਹੀ ਉਹਦਾ ਨਿਤਾਰਾ ਹੋ ਜਾਂਦਾ ਵਾ। ਉਹਦੇ ਵਾਸਤੇ ਸਾਨੂੰ ਮਿਹਨਤ ਤਾਂ ਕਰਨੀ ਪੈਂਦੀ ਆ, ਔਰ ਜੇ ਨਿਤਾਰਾ ਨਹੀਂ ਹੋਇਆ ਤਾਂ ਉਹਦਾ ਕਾਰਨ ਇਹ ਸੀਗਾ ਵੀ ਸਾਖੀ ਤੇ ਗੁਰਬਾਣੀ ਨੂੰ ਆਪਸ ਵਿੱਚ ਕਦੇ ਰਲਾ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਫਾਰ ਐਗਜ਼ਾਮਪਲ ਜੀ, ਇਹ ਸਾਖੀ ਹੈ ਕਹੀ ਜਾਂਦੀ ਹੈ ਔਰ ਪ੍ਰਚਾਰ ਹੁੰਦਾ ਹੈ ਔਰ ਸਟੇਜਾਂ ਤੋਂ ਬੋਲੀ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਦੀ ਪ੍ਰੀਖਿਆ ਲਈ ਉਹਨੂੰ ਕਿਹਾ ਮੁਰਦਾਰ ਖਾ ਲੈ ਜੀ। ਹੁਣ ਤੁਸੀਂ ਇਸ ਚੀਜ਼ ਨੂੰ ਦੇਖੋ ਦੋ ਐਂਗਲ ਜੀ, ਕਿਆ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਕਹਿਣਗੇ ਜਾਂ ਕਿਸੇ ਆਦਮੀ ਨੂੰ, ਕਿਸੇ ਆਪਣੇ ਉਪਾਸ਼ਕ ਨੂੰ ਕਹਿਣਗੇ ਕਿ ਤੂੰ ਮੁਰਦਾਰ ਖਾ? ਬਿਲਕੁਲ ਨਹੀਂ। ਅਗਰ ਉਹ ਨਹੀਂ ਕਹਿਣਗੇ, ਔਰ ਦੂਸਰੀ, ਕਿਆ ਇਹ ਸਾਖੀ ਸਿੱਖ ਗੁਰਬਾਣੀ 'ਚ ਫਿੱਟ ਹੁੰਦੀ ਹੈ? ਬਿਲਕੁਲ ਨਹੀਂ। ਦੈਨ ਵਾਈ ਜਿਹੜਾ ਪ੍ਰਚਾਰਕ ਆ ਕਿਉਂ ਇਸ ਨੂੰ ਕਿਉਂ ਨਹੀਂ ਛੱਡਦਾ ਇਸ ਕਰਕੇ ਨਹੀਂ ਕਿਉਂਕਿ ਆਪਣੀ ਸਾਈਕੀ ਨੂੰ ਗੁਰਬਾਣੀ ਦੇ ਮੁਤਾਬਕ ਚੇਂਜ ਨਹੀਂ ਕਰ ਪਾ ਰਹੇ ਸਾਡੇ ਲੋਕ। ਪਹਿਲੀ ਗੱਲ, ਕਿਉਂਕਿ ਜਿੱਥੋਂ ਉਹਨਾਂ ਨੂੰ ਜਿਹੜੀ ਚੀਜ਼ ਮਿਲ ਰਹੀ ਆ ਉਸੇ ਢੰਗ ਨਾਲ ਉਹਨੂੰ ਫੋਲੋ ਕਰਦੇ ਆ, ਉਸੇ ਢੰਗ ਨਾਲ ਉਹਨੂੰ ਉਹ ਅੱਗੇ ਪਰੋਸ ਦਿੰਦੇ। ਕਿਉਂਕਿ ਸਾਡੇ ਲੋਕਾਂ ਦੀ ਸਾਈਕੀ ਵਿੱਚ ਚਮਤਕਾਰ, ਕਰਾਮਾਤ, ਸਾਡੇ ਲੋਕਾਂ ਦੀ ਸਾਈਕੀ ਦੇ ਵਿੱਚ ਪਰਾਲੌਕਿਕ ਕਹਾਣੀਆਂ, ਇਹ ਸੁਣਾਉਣੀਆਂ ਵੀ ਸੌਖੀਆਂ ਹੁੰਦੀਆਂ ਨੇ, ਇਹਨਾਂ ਤੇ ਬਹੁਤੀ ਮਿਹਨਤ ਨਹੀਂ ਕਰਨੀ, ਕਿਉਂਕਿ ਲੋਕਾਂ ਕੋਲੋਂ ਹੀ ਅਸੀਂ ਸੁਣਦੇ ਹਾਂ, ਲੋਕਾਂ ਨੂੰ ਹੀ ਥੋੜ੍ਹਾ ਜਿਹਾ ਰੰਗ ਭਰ ਕੇ ਸੁਣਾ ਦਿੰਦੇ ਆ। ਦੂਜੀ ਚੀਜ਼, ਕੁਝ ਆਪਣੀ ਥਿੰਕਿੰਗ ਵੀ ਉਸੇ ਤਰ੍ਹਾਂ ਦੇ ਖਿਆਲ ਬਣੇ ਹੁੰਦੇ ਨੇ। ਉਹ ਗੱਲ ਕਹਿਣੀ ਸੌਖੀ ਆ ਜੋ ਮੇਰੇ ਖਿਆਲਾਂ ਮੁਤਾਬਕ ਆ, ਜਿਹੜੀ ਗੱਲ ਮੇਰੇ ਖਿਆਲਾਂ ਮੁਤਾਬਕ ਨਹੀਂ ਉਹ ਮੈਨੂੰ ਕਹਿਣੀ ਬਹੁਤ ਔਖੀ ਹੈ, ਕਿਉਂਕਿ ਸਭ ਤੋਂ ਪਹਿਲਾਂ ਮੈਂ ਉਹਨੂੰ ਹੰਢਾਊਂਗਾ, ਮੈਂ ਉਹ 'ਤੇ ਪ੍ਰੋਸੈਸ ਕਰੂੰਗਾ, ਫਿਰ ਹੀ ਮੈਂ ਅੱਗੇ ਕਹਿ ਸਕੂੰ ਨਾ। ਦੂਜੀ ਚੀਜ਼ ਇਹ ਆ ਕਿ ਜਿਵੇਂ ਕੁਝ ਸਾਖੀਆਂ ਨੇ ਜਿਹੜੇ ਸਿੰਬਲ ਰੂਪ ਵਿੱਚ ਨੇ, ਸਾਖੀਕਾਰ ਜਦੋਂ ਸਾਖੀ ਲਿਖਦੇ ਸਨ ਤਾਂ ਉਹ ਇੱਕ ਸਿੰਬਲ, ਕਹਾਣੀ ਘੜਦੇ ਸਨ, ਉਹਦਾ ਪ੍ਰਤੀਕ ਫੜਨਾ ਪੈਂਦਾ ਸੀ। ਉਹ ਇੱਕ ਪ੍ਰਤੀਕ, ਜਿਵੇਂ ਗੁਰਬਾਣੀ ਵਿੱਚ ਵੀ ਕਈ ਕਿਸਮ ਦੀਆਂ ਐਗਜ਼ਾਮਪਲ ਨੇ, ਸਿੰਬਲ ਨੇ ਕੁਝ ਗੱਲਾਂ, ਤਾਂ ਉਹ ਸਿੰਬਲ ਦਾ ਪ੍ਰਤੀਕ। ਹੁਣ ਗੁਰੂ ਸਾਹਿਬ ਜੀ ਇੱਕ ਸਿੰਬਲ ਵਰਤਦੇ ਨੇ, ਸਿੰਬਲ ਰੁੱਖ ਦਾ ਪ੍ਰਤੀਕ ਵਰਤਦੇ ਨੇ ਵੀ ਸਿੰਬਲ ਰੁੱਖ ਸਰਾਏ ਰਾਤ ਦੀਰਗਾ ਤੁਮ ਮੋਚੋਏ ਜੇ ਆਵੇਂ ਆਸ ਕਰ ਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪਤ। ਅੱਗੇ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਿੰਬਲ ਰੁੱਖ ਬਹੁਤ ਉੱਚਾ, ਉਹਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਇਹ ਤਾਂ ਇੱਕ ਪ੍ਰਤੀਕ ਆ, ਫੋਰ ਐਗਜ਼ਾਮਪਲ। ਠੀਕ ਹੈ ਜੀ। ਅਸਲ ਨਿਚੋੜ ਕੀ ਆ? ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਤ ਨੀਵਾਨ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ। ਇਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ, ਨਿਚੋੜ ਹੈ, ਸੰਗ੍ਰਹਿ ਹੈ।
ਠੀਕ ਹੈ ਜੀ। ਹੁਣ ਉੱਪਰਲੀ ਜਿਹੜੀ ਉਦਾਹਰਣ ਆ ਉਹਨੂੰ ਪੜਨ ਤੋਂ ਬਾਅਦ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਆਕਾਰ ਵਿੱਚ, ਬਾਹਰੋਂ ਆਕਾਰ ਵਿੱਚ ਵੱਡੇ ਹੋ ਜਾਣਾ ਹੀ ਸਾਰਾ ਕੁਝ ਨਹੀਂ ਹੁੰਦਾ। ਤੁਹਾਡੇ ਜੀਵਨ ਦੇ ਅੰਦਰ ਨਿਮਰਤਾ, ਹਲੇਮੀ, ਧੀਰਜ, ਇਹ ਮਿਠਾਸ ਅਗਰ ਤੁਹਾਡੇ ਅੰਦਰ ਨਹੀਂ ਤਾਂ ਤੁਹਾਡੇ ਕੋਲ ਆਉਣ ਵਾਲਾ ਤੁਹਾਡੇ ਕੋਲੋਂ ਕੁੜੱਤਣ ਮਹਿਸੂਸ ਕਰੂਗਾ, ਤੰਗ ਦਿਲੀ ਔਰ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰੂਗਾ ਔਰ ਨਿਰਾਸ਼ ਹੋ ਕੇ। ਇਹ ਇੱਕ ਸਿੰਬਲ ਵਰਤ ਲਿਆ, ਠੀਕ ਹੈ ਜੀ। ਹਿਸਟਰੀ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਸਿੰਬਲ, ਸਾਖੀਕਾਰ ਸਿੰਬਲ ਵਰਤਦੇ ਨੇ। ਹੁਣ ਜਿਹੜੇ ਲੋਕ ਇਹਨੂੰ ਮਨੋਵਿਗਿਆਨਕ ਢੰਗ ਨਾਲ ਸਾਖੀਆਂ ਦੀ ਪੜਚੋਲ ਕਰਦੇ ਨੇ, ਉਹਨਾਂ ਦਾ ਵਿਊ ਇਹਦੇ ਬਾਰੇ ਕੁਝ ਅਲੱਗਾ ਹੁੰਦਾ। ਉਹਨਾਂ ਦਾ ਵਿਊ ਇਹ ਹੁੰਦਾ ਵੀ ਗੁਰੂ ਸਾਹਿਬ ਨੇ ਮੁਰਦਾ ਖਾਣ ਦਾ ਭਾਵ ਇਹ ਸੀ ਵੀ ਜਿਹੜੀ ਮਨੁੱਖਤਾ ਵਿੱਚ ਮੁਰਦੇ ਹਾਨੀ ਛਾਈ ਹੋਈ ਆ, ਠੀਕ ਹੈ ਜੀ, ਮੁਰਦਾ ਦਿਲੀ ਲੋਕਾਂ ਦੇ ਅੰਦਰ ਛਾਈ ਹੋਈ ਆ ਵੀ ਇਸ ਪਦਵੀ ਦੇ ਲਈ ਮੈਂ ਤੈਨੂੰ ਤਿਆਰ ਕਰ ਰਿਹਾ ਜਿੱਥੇ ਮੈਂ ਬੈਠਾ, ਔਰ ਮੈਨੂੰ ਇਸ ਗੱਲ ਦਾ ਰਾਂਝਿਆ ਦੁੱਖ ਆ ਕਿ ਲੋਕਾਂ ਦੇ ਅੰਦਰ ਜ਼ਿੰਦਾ ਦਿਲੀ ਨਹੀਂ ਹੈ ਔਰ ਮੁਰਦੇ ਹਾਨੀ ਛਾਈ ਹੋਈ ਆ। ਉਸ ਮੁਰਦੇ ਹਾਨੀ ਨੂੰ ਸਮਾਜ ਵਿੱਚੋਂ ਖਤਮ ਕਰਨਾ ਤੇ ਜ਼ਿੰਦਾ ਦਿਲੀ ਦੇਣੀ, ਇਹ ਧਰਮ ਦਾ ਮੁੱਢਲਾ ਕਰਤੱਵ ਆ। ਉਹ ਇੱਕ ਸਿੰਬਲ ਰੂਪ ਵਿੱਚ ਵਰਤੀਆਂ ਗਈਆਂ ਗੱਲਾਂ। ਹੁਣ ਕਾਰਨ ਕੀ ਆ ਕਿ ਅਸੀਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ 'ਚ ਮਨੋਵਿਗਿਆਨ ਦੇ ਨੁਕਤੇ ਵੀ ਬਹੁਤ ਕੀਮਤੀ ਵਰਤੇ ਗਏ ਨੇ। ਗੁਰਬਾਣੀ ਵਿੱਚ ਸਾਡੀਆਂ ਆਮ ਸੋਸ਼ਲ ਜਿਹੜੀਆਂ ਈਵੈਂਟਸ ਘਟਦੀਆਂ, ਘਟਨਾਵਾਂ ਘਟਦੀਆਂ, ਉਹਨਾਂ ਦੀ ਉਦਾਹਰਣ ਤੋਂ ਜਦੋਂ ਅਸੀਂ ਉਹਨੂੰ ਐਵੇਂ ਪੜਚੋਲਣ ਦੀ ਕੋਸ਼ਿਸ਼ ਨਹੀਂ ਨਾ ਕਰਦੇ, ਉਦੋਂ ਅਸੀਂ ਸਾਰੀ ਥਿਊਰੀ ਹੀ ਗਲਤ ਹੋ ਜਾਂਦੀ ਹੈ ਸਾਡੀ। ਤੋਂ ਸਭ ਤੋਂ ਪਹਿਲੀ ਗੱਲ ਆ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਾਵ ਰੂਪ 'ਚ ਆ, ਉਹਦਾ ਕੀ ਮਤਲਬ ਆ, ਉਹਦੇ ਵਿੱਚ ਕੀ ਪ੍ਰਤੀਕ ਨੇ, ਕਿਹੜੀ ਉਦਾਹਰਣ ਆ, ਕਿੱਥੇ ਸਿਧਾਂਤ ਆ, ਕਿਹੜੀ ਉਹਦੇ ਵਿੱਚ ਗੱਲ ਕਹੀ ਗਈ ਆ। ਸਿਮਲ ਰੁਖ ਸਰਾਇਰਾਤ ਦੀਰਘਤ ਮੁਚ, ਇਹ ਸਿਧਾਂਤ ਨਹੀਂ ਹੈ, ਇਹ ਉਦਾਹਰਣ ਆ, ਐਗਜ਼ਾਮਪਲ ਆ। ਸਿਧਾਂਤ ਅੱਗੇ ਆ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਹਦਾ ਮਤਲਬ ਇਹ ਹੈ ਕਿ ਜਿਹੜੇ ਪ੍ਰਚਾਰਕ ਨੇ ਜੀ, ਘਾਟ ਉੱਥੇ ਆ ਗਏ। ਬਿਲਕੁਲ ਪ੍ਰਚਾਰਕ ਦੀ ਘਾਟ ਹੈ ਕਿ ਜਿਹੜਾ ਪ੍ਰਤੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਦਾ ਪ੍ਰਿੰਸੀਪਲ ਤੱਤ ਸਮਝਾਉਣ ਵਾਸਤੇ ਉਸ ਵੇਲੇ ਦੀ ਭਾਸ਼ਾ ਵਰਤੀ, ਬਿਲਕੁਲ ਉਸ ਵੇਲੇ ਦੀ ਐਗਜ਼ਾਮਪਲਾਂ ਵਰਤੀਆਂ, ਹਾਂਜੀ, ਉਸ ਵੇਲੇ ਦੀ ਪ੍ਰਚਲਿਤ ਰਵਾਇਤਾਂ ਵਰਤੀਆਂ, ਹਾਂਜੀ, ਲੇਕਿਨ ਉਹ ਮੂਲ ਜਿਹੜਾ ਮੈਸੇਜ ਆ ਉਹ ਮੂਲ ਨਹੀਂ। ਹਾਂ, ਬਿਲਕੁਲ। ਕਮਿੰਗ ਟੂ ਦਾ ਕਿ ਗੁਰਬਲਾਸ ਜੀ, ਗੁਰਬਲਾਸ ਪਾਤਸ਼ਾਹੀ 6ਵੀਂ ਯਾ, ਗੁਰਬਲਾਸ ਪਾਤਸ਼ਾਹੀ 10ਵੀਂ, ਹਾਂਜੀ, ਉਹਦੇ ਵਿੱਚ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਜਿਸ ਵੇਲੇ ਆਮ ਆਦਮੀ ਪੜ੍ਹਦਾ ਹੈ, ਹਾਂਜੀ, ਉਹ ਕਹਿੰਦਾ ਓ ਮਾਈ ਗॉड, ਇਜ਼ ਇਟ ਪੋਸੀਬਲ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਕੌਲਾਂ ਦੀ ਕਹਾਣੀ ਜੋੜੀ ਹੋਈ ਹੈ, ਹਾਂਜੀ, ਜਿਸ ਵੇਲੇ ਉਸ ਚੀਜ਼ ਨੂੰ ਪੜ੍ਹਾਇਆ ਦੇਖਿਆ ਜਾਂਦਾ, there are certain things you don't feel, ਤੁਸੀਂ ਕਹਿੰਦੇ ਐਕਸੈਪਟ ਹੋ ਹੀ ਨਹੀਂ ਸਕਦਾ। ਬਿਲਕੁਲ ਸਿਮਿਲਰਲੀ ਸੂਰਜ ਪ੍ਰਕਾਸ਼ ਹੈ, ਹਾਂਜੀ, ਸੂਰਜ ਪ੍ਰਕਾਸ਼ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ, ਕਵੀ ਸੰਤੋਖ ਸਿੰਘ, ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ, ਲੇਕਿਨ ਉਹਦੇ ਵਿੱਚ ਪ੍ਰਭਾਵ ਹੋਰ ਨੇ। ਹਾਂਜੀ, ਔਰ ਉਹ ਲਿਖਿਆ ਜਿਹੜਾ ਹੈ ਇਟ ਇਜ਼ ਵੇ ਆਫਟਰ ਦਾ ਗੁਰੂ ਸਾਹਿਬਾਨ ਦੇ ਜੀਵਨ ਤੋਂ ਬਾਅਦ। ਹਾਂਜੀ, ਮੇਰੇ ਤੋਂ ਦੋ ਸਵਾਲ ਨੇ, ਕਿਆ ਇਹ ਗੁਰਬਲਾਸ, ਇਹ ਸੂਰਜ ਪ੍ਰਕਾਸ਼ ਰਿਲਾਇਬਲ ਨੇ? ਜੇ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਇਹ 100% 100% ਇਹ ਪੱਕੇ ਨੇ, ਪੱਕੇ ਸਬੂਤ ਨੇ, ਤਾਂ ਅਸੀਂ ਬਹੁਤ ਵੱਡੀ ਗਲਤੀ ਕਰਦੇ ਹਾਂ। ਕਾਰਨ ਕਿਉਂਕਿ ਜੋ ਉਹਨਾਂ ਦੇ ਵਿੱਚ ਲਿਖਿਆ ਉਹਨੂੰ ਅੱਖਾਂ ਮੀਟ ਕੇ ਮੰਨਿਆ ਨਹੀਂ ਜਾ ਸਕਦਾ। ਉਹਦੇ 'ਚ ਗੁਰੂ ਸਾਹਿਬਾਨ ਦੀ ਸ਼ਖਸੀਅਤ, ਗੁਰੂ ਸਾਹਿਬਾਨ ਦੀ ਵਿਚਾਰਧਾਰਾ, ਗੁਰੂ ਸਾਹਿਬਾਨ ਦੇ ਸੁਭਾਅ ਦੇ ਅਨੁਕੂਲ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਫਿੱਟ ਨਹੀਂ ਬੈਠਦੀਆਂ, ਜਿਵੇਂ ਕਿ ਤੁਸੀਂ ਕੌਲਾਂ ਦੀ ਉਦਾਹਰਣ ਦਿੱਤੀ, ਹੋਰ ਵੀ ਐਸੀਆਂ ਬਹੁਤ ਗੱਲਾਂ, ਬਹੁਤ ਜ਼ਿਆਦਾ ਨੇ। ਅਗਰ ਅਸੀਂ ਉਹਨੂੰ ਅੱਖਾਂ ਮੀਟ ਕੇ ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਲਈ ਇੱਕ ਹੋਰ ਪ੍ਰੋਬਲਮ ਨਵੀਂ ਕ੍ਰੀਏਟ ਹੋ ਜਾਂਦੀ ਆ। ਉਹ ਪ੍ਰੋਬਲਮ ਕੀ ਆ? ਫਿਰ ਕੀ ਅਸੀਂ ਕਿਸੇ ਲਿਟਰੇਚਰ ਨੂੰ ਉਹਦੀਆਂ ਗਲਤੀਆਂ ਕਰਕੇ ਸੁੱਟ ਸਕਦੇ ਹਾਂ?
ਜਾਂ ਕਿਸੇ ਲਿਟਰੇਚਰ ਨੂੰ ਅੱਖਾਂ ਮੀਟ ਕਰਕੇ ਐਕਸੈਪਟ ਕੀਤਾ ਜਾ, ਦੋਵੇਂ ਗੱਲਾਂ ਦੇ ਵਿਚਕਾਰਲਾ ਇੱਕ ਰਸਤਾ। ਨੰਬਰ 1, ਸਭ ਤੋਂ ਪਹਿਲੀ ਤਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ, ਇਹ ਜਿਹੜੇ ਪੋਇਟਰੀ 'ਚ ਲਿਖੇ ਹੋਏ ਜਿੰਨੇ ਗ੍ਰੰਥ ਨੇ, ਇਹ ਕਾਵਿ ਵਿੱਚ ਇਹ ਹਿਸਟਰੀ ਨਹੀਂ ਹਨ। ਨੰਬਰ 1, ਇਹ ਹਿਸਟਰੀ ਦੇ ਕੁਝ ਹਵਾਲੇ ਦੇ ਵਿੱਚ ਹੋ ਸਕਦੇ ਨੇ, ਕੁਝ ਗੱਲਾਂ ਸਮਝਣ ਵਾਸਤੇ ਹਿਸਟੋਰੀਅਨ ਲੋਕ ਇਹਨੂੰ ਵਰਤ ਸਕਦੇ ਨੇ, ਯੂਜ਼ ਕਰ ਸਕਦੇ ਨੇ। ਅਗਰ ਉਹ ਇਹ ਸਮਝਦੇ ਵੀ ਇਹਦੇ 'ਚ ਲਿਖਿਆ ਹੋਇਆ ਇਨ ਬਿਨ ਹਿਸਟਰੀ ਆ, ਤਾਂ ਇਹ ਬਹੁਤ ਵੱਡੀ ਗਲਤੀ ਆ। ਇਹ ਦਰਅਸਲ ਬਿਲਾਸ ਦਾ ਅਰਥ ਹੁੰਦਾ ਕੌਤਕ। ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਨੂੰ ਕਵਿਤਾ ਦੇ ਵਿੱਚ ਇੱਕ ਕੌਤਕ ਦੇ ਰੂਪ ਵਿੱਚ ਬਿਆਨ ਕਵੀ ਆਪਣੇ ਢੰਗ ਨਾਲ ਕਰ ਰਿਹਾ। ਉਹ ਗੁਰੂ ਸਾਹਿਬਾਨ ਦੀ ਮਹਿਮਾ ਲਿਖਦਾ ਵਾ, ਮਹਿਮਾ ਦੇ ਆਧਾਰ ਉੱਤੇ ਇਹ ਗੱਲਾਂ ਕਰਦਾ। ਉਹ ਹਿਸਟਰੀ ਨਹੀਂ ਲਿਖਦਾ, ਉਹ ਹਿਸਟਰੀ ਨੂੰ ਕੋਡ ਕਰਦਾ ਥਾਂ ਥਾਂ ਤੇ। ਦੂਜੀ ਚੀਜ਼, ਜਿਹੜੀਆਂ ਉਹਨਾਂ ਨੇ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਗੱਲਾਂ ਲਿਖੀਆਂ, ਹੁਣ ਇਹਦੇ ਕਈ ਕਾਰਨ ਹੋ ਸਕਦੇ। ਜਾਂ ਤਾਂ ਕਵੀ ਦੀ ਆਪਣੀ ਢਿੱਡੋਂ ਬੇਈਮਾਨੀ ਆ ਵੀ ਉਹ ਇਹ ਗੁਰੂ ਸਾਹਿਬਾਨ ਦੀ ਮਹਿਮਾ ਦੇ ਨਾਂ ਦੇ ਉੱਤੇ, ਗੁਰੂ ਸਾਹਿਬਾਨ ਦੀ ਸ਼ਾਨ ਔਰ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੁਝ ਇਹੋ ਜਿਹੀਆਂ ਗੱਲਾਂ ਚਿਪਕਾਉਣਾ ਚਾਹੁੰਦਾ ਵਾ ਜਿਹੜੀਆਂ ਕਿ ਕਤਈ ਮੰਨੀਆਂ ਨਹੀਂ ਜਾ ਸਕਦੀਆਂ। ਕਿਆ ਹੋਇਆ ਹੈ? ਬਿਲਕੁਲ। ਔਰ ਦੂਸਰੀ ਗੱਲ, ਇਹਦੇ ਵਿੱਚ ਇੱਕ ਪ੍ਰੋਬਲਮ ਆ ਦੂਸਰੀ ਇਹ, ਜਾਂ ਉਹਨਾਂ ਦੇ ਗ੍ਰੰਥਾਂ ਵਿੱਚ ਕਿਸੇ ਨੇ ਛੇੜਛਾੜ ਕੀਤੀ ਹੋਵੇ। ਦੋਵੇਂ ਗੱਲਾਂ ਹੀ ਆਪਣੇ ਆਪ ਵਿੱਚ ਇੱਕ ਪੁਖਤਾ ਗੱਲਾਂ ਨੇ। ਪਹਿਲੀ ਗੱਲ, ਮੈਂ ਜਿਵੇਂ ਕਵੀ ਸੰਤੋਖ ਸਿੰਘ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਉਸ ਗ੍ਰੰਥ ਦਾ ਨਾਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਸਾਡੀ ਇੱਕ ਤਰਾਸਦੀ ਰਹੀ ਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਬਾਅਦ 1708 ਈਸਵੀ ਵਿੱਚ ਸਤਿਗੁਰੂ ਜੀ ਜੋਤੀ ਜੋਤ ਸਮਾਏ, ਔਰ ਉਹਨਾਂ ਦੇ ਹੁੰਦਿਆਂ ਹੀ ਇੱਕ ਬੜਾ ਵੱਡਾ ਸੰਘਰਸ਼ ਜਿਹੜਾ ਸੀ ਉਹ ਛਿੜ ਪਿਆ ਸੀ ਸਮੇਂ ਦੀ ਸਰਕਾਰ ਦੇ ਨਾਲ ਸਿੱਖਾਂ ਦਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਆਇਆ, ਉਸ ਤੋਂ ਬਾਅਦ ਇੱਕ ਲੰਮਾ ਪੀਰੀਅਡ ਜਿਹੜਾ ਵਾ 1799 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਇੱਕ ਰਾਜ ਦੀ ਨੀਂਹ ਰੱਖੀ, ਸਾਰਿਆਂ ਨੂੰ ਇਕੱਠਿਆਂ ਕਰਕੇ ਜਿਵੇਂ ਵੀ ਸੀ। ਇਤੋਂ ਤੱਕ ਆਉਂਦਿਆਂ ਅਸੀਂ ਬਿਲਕੁਲ ਵਿਦਿਆ ਦੇ ਪੱਖੋਂ ਆਪਣੀਆਂ ਜਿਹੜੀਆਂ ਮੁੱਢਲੀਆਂ ਕਦਰਾਂ ਕੀਮਤਾਂ ਸੀਗੀਆਂ ਉਹ ਸਪੇਟ ਤਾਂ ਜਿਉਂਦੀ ਰਹੀ, ਪਰ ਸਮੇਂ ਇਸ ਲੰਬੀ ਚੌੜੀ ਲੜਾਈ ਦੇ ਵਿੱਚ ਸਾਡਾ ਜਿਹੜਾ ਵਿਦਿਅਕ ਢਾਂਚਾ ਸੀ ਨਾ ਉਹ ਤਹਿਸ਼ ਨਹਿਸ਼ ਹੋ ਗਿਆ। ਸਾਡੀਆਂ ਸੰਸਥਾਵਾਂ ਵੀ ਸਾਡੇ ਕੋਲ ਨਹੀਂ ਰਹੀਆਂ। ਸਾਡਾ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਉਹ ਇੱਕ ਰੋਲ ਘਚੋਲੇ 'ਚ ਲਿਖਿਆ ਗਿਆ। ਉਹਦੇ ਵਿੱਚ ਕੀ ਆ, ਕਿਸੇ ਨੇ ਨਿੱਜੀ ਤੌਰ ਤੇ ਲਿਖ ਲਿਆ, ਪਰ ਕੋਈ ਕੌਮੀ ਪੱਧਰ ਉੱਤੇ ਕਦੇ ਕੋਈ ਯਤਨ, ਈਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਵੀ ਕੋਈ ਐਸਾ ਗਰੁੱਪ, ਕੋਈ ਐਸੀ ਲਾਬੀ, ਕੋਈ ਐਸੀ ਧਿਰ ਸਾਨੂੰ ਵਿਖਾਈ ਨਹੀਂ ਦਿੰਦੀ ਜਿਹੜੀ ਸਰਕਾਰੀ ਤੌਰ ਤੇ ਉੱਤੇ ਜਾਂ ਸਿੱਖ ਜਗੀਰਦਾਰਾਂ ਨੇ ਜਾਂ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਕੀਤੀ ਹੋਵੇ ਵੀ ਸਿੱਖਾਂ ਦੀ ਹਿਸਟਰੀ ਨੂੰ ਅਸੀਂ ਲਿਖਵਾ ਲਈਏ, ਜਾਂ ਕੁਝ ਘਟਨਾਵਾਂ ਜਿਹੜੀਆਂ ਪੁਰਾਣੇ ਬਜ਼ੁਰਗਾਂ ਦੀਆਂ ਅਸੀਂ ਇਕੱਠੀਆਂ ਕਰ ਲਈਏ। ਉਹ ਇੱਕਾਂ ਦੁੱਕਾ ਜਿਹੜੀਆਂ ਆਪਣੇ ਨਿੱਜੀ ਤੌਰ ਤੇ ਲਿਖੀਆਂ, ਸਾਰਿਆਂ ਨੇ ਲਿਖੀਆਂ, ਕੋਈ ਯਤਨ ਨਹੀਂ ਇਸ ਪਾਸੇ। ਇਹਦਾ ਮਤਲਬ ਅਸੀਂ ਇਹ ਕੱਢ ਸਕਦੇ ਹਾਂ ਵੀ ਅਸੀਂ ਆਪਣੇ ਇਤਿਹਾਸ ਨੂੰ ਸਾਂਭਣ ਵੱਲੋਂ, ਆਪਣੀ ਫਿਲਾਸਫੀ ਨੂੰ ਲਿਖਵਾਉਣ ਵੱਲੋਂ ਬੇਹੱਦ ਅਵੇਸਲੇ ਰਹੇ, ਔਰ ਕੁਝ ਸਮੇਂ ਦੀਆਂ ਮਜਬੂਰੀਆਂ ਰਹੀਆਂ ਸਨ। ਜਦੋਂ ਸਮਾਂ ਸਾਡੇ ਕੋਲ ਚੰਗਾ ਸੀ ਉਦੋਂ ਵੀ ਉਸ ਹੱਦ ਤੱਕ ਅਸੀਂ ਇੰਨੇ ਕੁ ਅਣਜਾਣ ਹੋ ਗਏ ਸਾਂ ਇਹਨਾਂ ਗੱਲਾਂ ਤੋਂ ਵੀ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੱਤਾ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ, ਸਿੱਖਾਂ ਦੀ ਤਵਾਰੀ ਕੁਝ ਮੁਸਲਮਾਨ ਲਿਖਦੇ ਨੇ, ਕੁਝ ਨਿਰਮਲਿਆਂ ਦੇ ਪ੍ਰਭਾਵ ਅਧੀਨ ਲਿਖੀ ਜਾਂਦੀ ਆ, ਕੁਝ ਉਦਾਸੀਆਂ ਦੇ ਪ੍ਰਭਾਵ ਅਧੀਨ ਲਿਖੀ ਜਾਂਦੀ ਆ। ਲਿਖਾਰੀਆਂ ਦੀ ਸਾਰਿਆਂ ਦੀ ਮੱਤ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਔਰ ਸਾਰਿਆਂ ਨੂੰ ਬਰੀ ਵੀ ਨਹੀਂ ਕੀਤਾ ਜਾ ਸਕਦਾ। ਕੁਝ ਸ਼ਰਾਰਤੀ ਵੀ ਸਨ, ਕੁਝ ਅਣਜਾਣੇ ਵਿੱਚ ਲਿਖ ਰਹੇ ਸਨ, ਕੁਝ ਪਿਛਲੇਰੇ ਪ੍ਰਭਾਵ ਕਰਕੇ ਲਿਖ ਰਹੇ ਸਨ। ਕਿ ਜੋ ਕਾਂਸ਼ੀ ਤੋਂ ਪੜ੍ਹ ਕੇ ਆਇਆ ਉਹ ਉੱਥੋਂ ਦਾ ਪ੍ਰਭਾਵ ਨਾਲ ਲੈ ਕੇ ਆਇਆ। ਉਹ ਕਾਂਸ਼ੀ ਦੀ ਥਿਊਰੀ ਦੇ ਮੁਤਾਬਕ ਗੁਰੂ ਸਾਹਿਬਾਨਾਂ ਦਾ ਜੀਵਨ ਲਿਖਦਾ। ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਨੇ ਮਹਾਨਕੋਸ਼ ਵਿੱਚ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਵਾ ਇਹਦੇ ਪਰਥਾਏ ਕਵੀ ਸੰਤੋਖ ਸਿੰਘ ਦੀ ਐਂਟਰੀ ਦੇ ਥੱਲੇ ਲਿਖਦੇ ਨੇ, ਜਦੋਂ ਇਹ ਗ੍ਰੰਥ ਲਿਖਿਆ ਇਹਦੇ ਪਹਿਲਾਂ ਅਸੀਂ ਨਾਨਕ ਪ੍ਰਕਾਸ਼ ਹਿੱਸਾ ਲਿਖਿਆ, ਫਿਰ ਬਾਕੀ 9 ਗੁਰੂ ਸਾਹਿਬਾਨ ਦੀ ਜਦੋਂ ਉਹਨੇ ਇਹ ਕਾਵ ਲਿਖਿਆ ਤਾਂ ਇਸ ਕਾਵ ਦੇ ਵਿੱਚ ਉਹਨੇ 9 ਗੁਰੂ ਸਾਹਿਬਾਨ ਦੀ ਜ਼ਿੰਦਗੀ ਜਿਹੜੀ ਸੀ ਉਹਨੂੰ ਕੌਤਕ ਦੇ ਰੂਪ ਵਿੱਚ ਪੇਸ਼ ਕੀਤਾ। ਉੱਥੇ ਉਹ ਲਿਖਦੇ ਨੇ, ਕੈਂਥਲ ਦਾ ਰਾਜਾ ਉਦੈ ਸਿੰਘ ਜਿਹਦੇ ਕੋਲ ਰਹਿ ਕੇ ਕਵੀ ਸੰਤੋਖ ਸਿੰਘ ਨੇ ਇਸ ਗ੍ਰੰਥ ਨੂੰ ਮੁਕੰਮਲ ਕੀਤਾ, ਔਰ ਬਹੁਤ ਲੰਬਾ ਅਰਸਾ ਲੱਗਿਆ। ਨੀਚੇ ਉਹ ਬੜਾ ਉੱਚ ਕੋਟੀ ਦਾ ਕਵੀ ਸੀ, ਉਹ ਸੰਤ ਸਿੰਘ ਦਾ ਸਟੂਡੈਂਟ ਸੀਗਾ, ਵਿਦਿਆਰਥੀ, ਜਿਹੜਾ ਸੰਤ ਸਿੰਘ ਦਰਬਾਰ ਸਾਹਿਬ ਦੇ ਵਿੱਚ
ਸੇਵਾ ਸੰਭਾਲ ਘਰ ਦਾ ਹੈੱਡ ਗ੍ਰੰਥੀ ਦੀ ਡਿਊਟੀ ਕਰਦਾ ਸੀ। ਹੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਬੁੰਗਾ ਸੀਗਾ, ਉਹਨੂੰ ਬੁੰਗਾ ਗਿਆਨੀਆਂ ਕਹਿੰਦੇ ਸਨ, ਜਿਹਦੇ ਵਿੱਚ ਰਹਿ ਕੇ ਉਹਨਾਂ ਨੇ ਪੜ੍ਹਾਈ ਕੀਤੀ ਸੀ। ਭਾਈ ਸੰਤ ਸਿੰਘ ਹੋਣੀ ਨਿਰਮਲੇ ਜਿਹੜੇ ਸਾਧੂ ਸਨ ਉਹਨਾਂ ਕੋਲੋਂ ਪੜ੍ਹੇ ਹੋਏ ਸਨ। ਤੁਸੀਂ ਚੇਨ ਵੇਖੋ ਪਿੱਛੋਂ ਤੋਂ ਪਿੱਛੋਂ ਕਿਵੇਂ ਆ ਰਹੀ ਆ। ਹੂੰ ਸੰਤ ਸਿੰਘ ਨੇ ਹਰ ਸੰਭਵ ਕੋਸ਼ਿਸ਼ ਕੀਤੀ। ਉਹ ਬੜਾ ਨੇਕ ਸੁਭਾਅ ਦਾ ਬੰਦਾ ਸੀ ਔਰ ਉਹਨੇ ਬੜਾ ਲੰਬਾ ਸਮਾਂ ਬੜੇ ਸੁਚੱਜੇ ਢੰਗ ਨਾਲ ਸੇਵਾ ਕੀਤੀ ਦਰਬਾਰ ਸਾਹਿਬ ਦੀ, ਜਿੰਨੀ ਵੀ ਉਹਦੇ ਕੋਲ ਜੋ ਵੀ ਸੋਰਸ ਸਨ ਜਾਂ ਜਿਸ ਤਰ੍ਹਾਂ ਦੀ ਉਹਦੇ ਕੋਲ ਵਿਦਿਆ ਸੀ। ਪਰ ਉਹਦੇ ਬਾਰੇ ਪ੍ਰਚਲਿਤ ਉਹ ਬੜਾ ਨਿਹਾਇਤ ਇਮਾਨਦਾਰ ਔਰ ਸ਼ਰੀਫ ਆਦਮੀ ਸੀਗਾ ਔਰ ਬੜਾ ਗੁਰਸਿੱਖੀ ਨੂੰ ਪਿਆਰ ਸਪਿਰਿਟ ਵਾਲਾ ਆਦਮੀ ਸੀ। ਸੰਤੋਖ ਸਿੰਘ ਨੂੰ ਉਹਨੇ ਸਾਰਾ ਕੁਝ ਸਿਖਾਇਆ ਤੇ ਪੜ੍ਹਾਇਆ। ਕਵੀ ਸੰਤੋਖ ਸਿੰਘ ਜੀ ਕਾਂਸ਼ੀ ਵੀ ਪੜ੍ਹ ਕੇ ਆਏ। ਹੁਣ ਤੁਸੀਂ ਅੰਦਾਜ਼ਾ ਲਾਓ, ਕਾਂਸ਼ੀ ਦੀ ਧਰਤੀ ਜਿੱਥੇ ਬ੍ਰਾਹਮਣਵਾਦ ਦਾ ਗੜ੍ਹ ਆ, ਉੱਥੋਂ ਅਗਰ ਕੋਈ ਬੰਦਾ ਵਿਦਿਆ ਲੈਣ ਵਾਸਤੇ ਉੱਥੇ ਜਾਣਾ ਪੈ ਰਿਹਾ, ਤਾਂ ਇਹਦਾ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਆ ਵੀ ਸਾਰੇ ਪੰਜਾਬ ਦੇ ਅੰਦਰ ਕੋਈ ਐਸੀ ਸਿੱਖ ਸੰਸਥਾ ਨਹੀਂ ਗੀ ਜਿਹੜੀ ਸਿੱਖੀ ਸਿਧਾਂਤਾਂ ਔਰ ਗੁਰਮਤਿ ਦੇ ਫਲਸਫੇ ਨੂੰ ਪਰਫੈਕਟ ਤੌਰ ਉੱਤੇ ਪੜ੍ਹਾਉਂਦੀ ਹੋਵੇ। ਸਿੱਖ ਰਾਜ ਦੇ ਵੇਲੇ ਵੀ ਕਾਂਸ਼ੀ ਜਾਣਾ ਪੈ ਰਿਹਾ ਪੜ੍ਹਨ ਵਾਸਤੇ। ਤਾਂ ਉਸ ਹੱਦ ਤੱਕ, ਕਿਉਂਕਿ ਵਿਦਿਆ ਜਿਹੜੀ ਜਾਂ ਤਾਂ ਨਿਰਮਲਿਆਂ ਦੇ ਡੇਰਿਆਂ ਵਿੱਚ ਦਿੱਤੀ ਜਾ ਰਹੀ ਆ ਜਾਂ ਉਦਾਸੀਆਂ ਦੇ ਡੇਰਿਆਂ 'ਚ ਦਿੱਤੀ ਜਾ, ਜਾਂ ਕਾਂਸ਼ੀ ਜਾ ਕੇ ਪੜ੍ਹਨਾ ਪੈ ਰਿਹਾ। ਉੱਥੇ ਵੀ ਨਿਰਮਲੇ ਤੇ ਉਦਾਸੀਆਂ ਕੋਲ ਜਾ ਕੇ ਪੜ੍ਹਨਾ ਪੈ ਰਿਹਾ, ਪੰਡਤਾਂ ਕੋਲ ਪੜ੍ਹਨਾ ਪੈ ਰਿਹਾ। ਅਸੀਂ ਇਸ ਗੱਲ ਤੋਂ ਅਵੇਸਲੇ ਸਾਂ। ਉਹਨਾਂ ਜਦੋਂ ਕੈਂਥਲ ਦੇ ਵਿੱਚ ਆ ਕੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮੁਕੰਮਲ ਕੀਤਾ ਤਕਰੀਬਨ 1843 ਦੇ ਨੇੜੇ, ਇਹ ਉਹ ਸਮਾਂ ਸੀ ਜਦੋਂ ਸਿੱਖ ਰਾਜ ਲਾਹੌਰ ਦਰਬਾਰ 'ਚ ਖਾਨਾ ਜੰਗੀ ਚੱਲ ਰਹੀ ਸੀ। ਭਰਾ ਭਰਾਵਾਂ ਦੇ ਕਤਲ ਕਰ ਰਹੇ ਸਨ। ਸਿੱਖ ਰਾਜ ਜਿਹੜਾ ਪੰਜਾਬ 'ਚ ਡਗਮਗਾ ਰਿਹਾ, ਉਹਦੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਤੇ ਅੰਗਰੇਜ਼ ਹੌਲੀ ਹੌਲੀ ਪੰਜਾਬ ਦੀ ਹੱਦ ਵਿੱਚ ਐਂਟਰ ਹੋਣੇ ਸ਼ੁਰੂ ਹੋ ਗਏ ਸਨ ਤੇ ਬੜੀਆਂ ਮਾਰੂ ਜੰਗਾਂ ਦੇ ਸਿਲਸਿਲੇ ਮੁੱਢ ਵੱਜ ਰਹੇ ਸਨ ਇਸ ਹਨੇਰਗਰਦੀ ਦੇ ਸਮੇਂ। ਖੈਰ ਕੈਂਥਲ ਕਿਉਂਕਿ ਇੱਕ ਵੱਖਰੀ ਰਿਆਸਤ ਸੀ, ਉੱਥੇ ਰਾਜਾ ਉਦੈ ਸਿੰਘ ਦੇ ਕੋਲ ਰਹਿ ਕੇ ਲਿਖਿਆ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ, ਪੰਡਤਾਂ ਦੀ ਜਿਹੜੇ ਕਿ ਨੌਕਰ ਸਨ ਰਾਜਾ ਉਦੈ ਸਿੰਘ ਕੋਲ, ਉਹਨਾਂ ਦੀ ਡਿਊਟੀ ਲਾਈ ਗਈ ਵੀ ਤੁਸੀਂ ਇਹਦੀ ਹੈਲਪ ਕਰਨੀ, ਇਹਦੇ ਨਾਲ ਮਦਦ ਕਰਨੀ ਆ। ਉਹ ਹੈਲਪ ਕਰਨ ਵਾਲੇ ਜਿਹੜੇ ਪੰਡਤ ਸਨ ਉਹਦਾਂ ਕੋਲ ਬੈਠੇ ਹੋਏ 4 ਜਾਂ 5 ਜਿੰਨੇ ਵੀ, ਉਹ ਸਾਰੇ ਕਾਂਸ਼ੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਔਰ ਪੱਕੇ ਪੰਡਤ, ਪੁਰਾਣਵਾਦੀ ਮੇਥਾਂ ਨੂੰ ਮੰਨਣ ਵਾਲੇ, ਬ੍ਰਾਹਮਣਿਜ਼ਮ ਨੂੰ ਫੋਲੋ ਕਰਨ ਵਾਲੇ ਔਰ ਫੋਲੋ ਕਰਵਾਉਣ ਵਾਲੇ। ਉਹ ਜਦੋਂ ਕਵੀ ਸੰਤੋਖ ਸਿੰਘ ਦੇ ਕੋਲ ਬੈਠਦੇ ਨੇ ਲੰਬਾ ਅਰਸਾ, ਕਈ ਸਾਲ, ਜਿੰਨਾ ਚਿਰ ਉਹ ਗ੍ਰੰਥ ਮੁਕੰਮਲ ਨਹੀਂ ਹੋ ਜਾਂਦਾ। ਭਾਈ ਸਾਹਿਬ ਮਾਫ ਕਰਨਾ, ਟਾਈਮ ਹੋ ਗਿਆ। ਵੀ ਵਿਲ ਕੰਟੀਨਿਊ ਦਿਸ ਪ੍ਰੋਗਰਾਮ ਨੈਕਸਟ ਪ੍ਰੋਗਰਾਮ ਦੇ ਵਿੱਚ। ਸਾਧ ਸੰਗਤ ਇਸ ਤੋਂ ਬਾਅਦ ਦੂਸਰੇ ਪ੍ਰੋਗਰਾਮ 'ਚ ਇਸ ਨੂੰ ਕੰਟੀਨਿਊ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।